शहर तो दूर शांत ਅਤੇ ਚੈਨ ਦੇਣ ਵਾਲੀ ਜਗ੍ਹਾ ਬਣੀ ਇੱਕ ਅਤੀ ਆਧੁਨਿਕ ਰੀਹੈਬਿਲਿਟੇਸ਼ਨ ਸੈਂਟਰ ਜੋ ਨਸ਼ੇ ਨੂੰ ਖਤਮ ਕਰ ਬਣਾਉਣਾ ਚਾਹੁੰਦਾ ਹੈ ਸਵਸਥ ਸਮਾਜ। ਨਿਊ ਹੋਪ ਰੀਹੈਬਿਲਿਟੇਸ਼ਨ ਐਂਡ ਟ੍ਰੀਟਮੈਂਟ ਸੈਂਟਰ 34 Green Avenue near KP Stadium। ਸਤਿ ਸ਼੍ਰੀ ਅਕਾਲ, ਮੈਂ ਸ਼ਿੰਦਰਪਾਲ ਰਾਜਿਆਣਾ। ਤੁਸੀਂ ਦੇਖ ਰਹੇ ਹੋ ਪ੍ਰੈਸ ਪੰਜਾਬ 24 ਤੇ ਗਲੋਬਲ ਅਵੇਅਰਨੈਸ ਨਿਊਜ਼ ਜਲੰਧਰ। ਅੱਜ ਅਸੀਂ ਪਹੁੰਚੇ ਹਾਂ ਧਰਮੀ ਫੌਜੀ ਸੂਬੇਦਾਰ ਦੁੱਲਾ ਸਿੰਘ ਜੀ ਉਹਨਾਂ ਦੇ ਘਰ। ਆਓ ਤੁਹਾਨੂੰ ਮਿਲਾਉਂਦੇ ਹਾਂ। ਸਭ ਤੋਂ ਪਹਿਲਾਂ ਆ ਉਹਨਾਂ ਦਾ ਜਿਹੜਾ ਘਰ ਹੈ, ਮਕਾਨ ਹੈ, ਉਹ ਤੁਹਾਨੂੰ ਦਿਖਾਇਆ ਜਾਏਗਾ ਕਿ ਧਰਮੀ ਫੌਜੀ ਜਿਨ੍ਹਾਂ ਦਾ ਨਾਂ ਜੱਗ ਦੇ ਵਿੱਚ ਰੋਸ਼ਨ ਹੈ, ਜਿਨ੍ਹਾਂ ਦਾ ਨਾਂ 84 ਜੂਨ ਦੇ ਨਾਲ ਜੁੜਦਾ ਹੈ। ਅੱਜ ਅਸੀਂ ਸਾਡੀ ਸਮੁੱਚੀ ਜਿਹੜੀ ਟੀਮ ਹੈ ਉਹਨਾਂ ਦੇ ਮਕਾਨ ਦੇ ਵਿੱਚ, ਉਹਨਾਂ ਦੇ ਘਰ ਅਸੀਂ ਪਹੁੰਚੇ ਹਾਂ। ਆਓ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਦੁੱਲਾ ਸਿੰਘ ਜੀ ਧਰਮੀ ਫੌਜੀ ਸੂਬੇਦਾਰ, ਉਹਨਾਂ ਦਾ ਸਭ ਤੋਂ ਪਹਿਲਾਂ ਆਪ ਜੀ ਦਾ ਸਵਾਗਤ ਹੈ ਜੀ। ਮੈਂ ਪੱਤਰਕਾਰ ਦੇ ਨਾਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਸਵਾਗਤ ਕਰਦਾ ਹਾਂ। ਜਿਹੜੇ ਤੁਸੀਂ ਮੇਰੇ ਘਰ ਪਹੁੰਚ ਕੇ ਮੇਰੇ ਦੁੱਖ ਦਿਲ ਰੋਸ਼ਨ ਬਾਰੇ ਮੇਰੇ ਤੱਕ ਪਹੁੰਚੇ ਆ, ਮੈਂ ਆਪ ਜੀ ਦਾ ਬਹੁਤ ਅਤੀ ਧੰਨਵਾਦੀ ਹਾਂ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤੁਹਾਡੀ ਫੌਜ ਦੇ ਵਿੱਚ ਜਿਹੜੀ ਭਰਤੀ ਹੈ ਉਹ ਕਿਹੜੇ ਸੰਨ ਦੇ ਵਿੱਚ ਹੋਈ? ਮੈਂ ਭਰਤੀ ਹੋਇਆ ਜੀ 21/12/61 ਨੂੰ। 21/12/61 ਨੂੰ ਭਰਤੀ ਹੋ ਕੇ ਮੈਂ ਮੇਰਠ ਗਿਆ। ਮੇਰਠ ਮੈਂ ਰਿਕਰੂਟੀ ਕੀਤੀ ਹੈ। 11 ਮਹੀਨੇ ਰਿਕਰੂਟੀ ਕਰਨ ਤੋਂ ਬਾਅਦ ਮੁੜ ਕੇ ਚਾਈਨਾ ਦੀ ਲੜਾਈ ਲੱਗ ਗਈ ਹੈ ਅਤੇ ਸਾਨੂੰ ਕਸਮ ਖਵਾ ਕੇ ਸਿਪਾਹੀ ਬਣਾ ਕੇ ਬਾੜ ਦੇ ਵਿੱਚ ਲੜਾਈ ਦੇ ਵਿੱਚ ਲੜਾਈ ਵਾਸਤੇ ਸਾਨੂੰ ਭੇਜ ਦਿੱਤਾ ਗਿਆ ਸੀ। ਅਸੀਂ ਸ਼ਬਗੇ ਗਏ, ਉੱਥੋਂ ਸਾਨੂੰ ਜਹਾਜ਼ ਦੇ ਉੱਤੇ ਬਿਠਾਤਾ ਕਿ ਤੁਸੀਂ ਲੜਾਈ ਦੇ ਵਿੱਚ ਉੱਥੇ ਪਹੁੰਚਣਾ ਜਿੱਥੇ ਤੁਹਾਡੀ 4 ਸਿੱਖ ਰੈਜੀਮੈਂਟ ਬਲਾਂਗ ਦੇ ਵਿੱਚ। ਜਦੋਂ ਅਸੀਂ ਜਹਾਜ਼ 'ਚ ਬੈਠੇ ਤਾਂ ਸਾਨੂੰ ਉਦੋਂ ਹੀ ਮੁੜ ਕੇ ਫੋਨ ਤੋਂ ਆ ਗਿਆ ਕਿ ਹਜੇ ਤੁਸੀਂ ਇਹ ਜਿਹੜਾ ਡਰਾਫਟ ਸਾਨੂੰ ਇਹ ਭੇਜਣਾ ਇਹ ਹਜੇ ਨਾ ਘਲਾਇਓਗਾ, ਵੀ ਹੋ ਸਕਦਾ ਵੀ ਸਮਝੌਤਾ ਹੋ ਜਾਵੇ ਅਜੇ। ਅਤੇ ਜਹਾਜ਼ ਤੋਂ ਹੀ ਮੁੜ ਕੇ ਸਾਨੂੰ ਵਾਪਸ ਮੁੜ ਕੇ ਫਿਰ ਸ਼ਬਗੇ ਲੈ ਆਂਦਾ ਹਵਾਈ ਅੱਡੇ 'ਤੇ। ਫਿਰ ਉੱਥੇ ਹੋ ਕੇ ਸਾਨੂੰ ਇੰਨਾ ਹੋ ਗਿਆ ਵੀ ਹਜੇ ਤੱਕ ਤੁਸੀਂ ਨਹੀਂ ਜਾਣਾ ਅਗਲੇ ਹੁਕਮ ਤੱਕ। ਹਾਂਜੀ, ਇਸ ਤੋਂ ਅੱਗੇ ਜਿਹੜੀਆਂ ਜੰਗਾਂ ਤੁਸੀਂ ਲੜੀਆਂ, ਆਪਾਂ ਪਹਿਲਾਂ ਗੱਲਬਾਤ ਕੀਤੀ ਹੈ, ਕਿਹੜੇ ਕਿਹੜੇ ਸੰਨ ਦੇ ਵਿੱਚ ਜਿਹੜੀਆਂ ਜੰਗਾਂ ਲੜੀਆਂ ਅਤੇ ਉਹਨਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ? 62 ਦੀ ਲੜਾਈ ਤੋਂ ਬਾਅਦ ਦੇ ਵਿੱਚ ਫਿਰ 65 ਦੀ ਲੜਾਈ ਲੱਗ ਗਈ। 65 ਦੀ ਲੜਾਈ ਦੇ ਵਿੱਚ ਸਾਨੂੰ ਇਹ ਆਰਡਰ ਮਿਲੇ ਕਿ ਤੁਸੀਂ ਲਾਹੌਰ ਸੈਕਟਰ ਦੇ ਵਿੱਚ ਵੀ ਦੁਸ਼ਮਣ ਉੱਧਰੋਂ ਵੱਧ ਰਿਹਾ ਅਤੇ ਤੁਸੀਂ ਉੱਧਰ ਜਾਣਾ। ਸਾਨੂੰ ਬਰਕੀ ਤੋਂ ਤਕਰੀਬਨ ਬਰਕੀ ਏਰੀਆ ਜਿਹੜਾ ਸੀਗਾ ਉਸ ਏਰੀਏ ਦੇ ਵਿੱਚ ਸਾਡੀ ਪਲਟਨ 4 ਸਿੱਖ ਰੈਜੀਮੈਂਟ ਲਾ ਦਿੱਤੀ ਸੀਗੀ। ਫਿਰ ਅਸੀਂ ਲੜਾਈ ਲੜਦੇ ਤਕਰੀਬਨ ਇੱਛੋਗਲ ਨਹਿਰ 'ਤੇ ਲਾਹੌਰ ਤੋਂ 8 ਕਿਲੋਮੀਟਰ ਬਾਅਦ ਅਸੀਂ ਚਲੇ ਗਏ ਸੀ। ਨਹਿਰ ਦੇ ਉੱਤੇ ਅਸੀਂ ਤਕਰੀਬਨ ਰਹੇ ਅਤੇ ਉਦੋਂ ਬਾਅਦ ਦੇ ਵਿੱਚ ਤਕਰੀਬਨ ਸਾਨੂੰ ਉੱਥੇ 3 ਮਹੀਨੇ 4 ਮਹੀਨੇ ਤੱਕ ਸਾਨੂੰ ਰਹਿਣ ਦਾ ਮੌਕਾ ਮਿਲਿਆ। ਅਤੇ ਇਸ ਲੜਾਈ ਦੌਰਾਨ ਜੰਗ ਹੋਈ, ਗੋਲੀਆਂ ਚੱਲੀਆਂ, ਗੋਲੇ ਦਾਗੇ ਗਏ? ਬਹੁਤ ਹੀ ਲੜਾਈ ਤੁਮਸਾਨ ਲੜਾਈ ਹੋਈ। ਤੁਹਾਨੂੰ ਪਤਾ ਹੈ ਕਿ ਦੁਸ਼ਮਣ ਦਾ ਏਰੀਆ ਸੀ, ਉਹ ਬਰਕੀ ਏਰੀਆ ਬਹੁਤ ਸੀ। ਉਹ ਡਿਫੈਂਸ ਬਹੁਤ ਤਕੜਾ ਬਣਾਏ, 4 ਚੁਫੇਰੇ ਉਹਨਾਂ ਦੇ ਸੀਮੈਂਟ ਦੇ ਮੋਰਚੇ ਸੀ ਅਤੇ ਸਾਡੀ ਪਲਟਨ ਨੇ ਨਾਲ ਸਾਡੇ ਆਪਣੇ 16 ਪੰਜਾਬ ਰੈਜੀਮੈਂਟ ਸੀ। ਅਸੀਂ ਦੋਨਾਂ ਪਲਟਨਾਂ ਨੇ ਉੱਥੇ ਅਟੈਕ ਕੀਤਾ। ਸਾਨੂੰ ਅਟੈਕ ਕਰਨ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਇੱਥੇ ਇੱਕ ਬ੍ਰਿਗੇਡ ਦਾ ਹਮਲਾ ਕੀਤਾ ਜਾਊਗਾ, ਬਈ ਤੁਹਾਨੂੰ ਡਰਨ ਦੀ ਲੋੜ ਨਹੀਂ, ਉਹ ਇੱਕ ਬਟਾਲੀਅਨ ਹੈ, ਉੱਥੇ ਇੱਕ ਬ੍ਰਿਗੇਡ ਦਾ ਹਮਲਾ ਕਰਨਾ ਤੁਸੀਂ ਅਤੇ ਤਹਿਣ ਧੜਕ ਹੋ ਕੇ ਜਾਓ। ਜਦੋਂ ਅਸੀਂ ਪੂਰੇ ਜ਼ੋਰ ਸ਼ੋਰ ਦੇ ਨਾਲ ਸਿੱਖ ਪਲਟਨਾਂ ਦੇ ਨਾਤੇ 16 ਪੰਜਾਬੀ ਨਾਲ ਸਾਡੇ ਸਿੱਖ ਪਲਟਣ ਦੇ ਅੱਧੇ ਸਿੱਖ ਸੀਗੇ, ਅਸੀਂ ਜਦੋਂ ਜਾ ਕੇ ਜ਼ੋਰ ਨਾਲ ਜਾ ਕੇ ਪੂਰੇ ਜੋਸ਼ ਦੇ ਨਾਲ ਕਬਜ਼ਾ ਕੀਤਾ ਜਾ ਕੇ ਬਰਕੀ 'ਤੇ ਦੁਸ਼ਮਣ ਨੂੰ ਭੱਜਣਾ ਪੈ ਗਈਆਂ ਵੀ ਇੰਨਾ ਬ੍ਰਿਗੇਡ ਇੱਕ ਹਮਲਾ ਕਰ ਰਿਹਾ ਅਤੇ ਵੀ ਸਾਨੂੰ ਇਹ ਪਤਾ ਨਹੀਂ ਕੀ ਕੁਛ ਕਰ ਦੇਵੇ। ਪਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਿੱਖ ਪਲਟਣ ਆ ਰਹੀ ਹੈ, ਉਹ ਜਿਉਂ ਉੱਥੋਂ ਸਾਰਾ ਸਮਾਨ ਛੱਡ ਕੇ, ਹਥਿਆਰ ਵੀ ਕਈ ਛੱਡੇ, ਸਾਡੇ ਹੱਥ ਲੱਗੇ, ਬੰਦਿਆਂ ਦੀਆਂ ਉਹਨਾਂ ਦੀਆਂ ਡੈੱਡ ਬਾਡੀਆਂ ਵੀ ਉੱਥੇ ਪਈਆਂ ਮਿਲੀਆਂ ਸਾਨੂੰ। ਉਹ ਇੱਛੋਗਲ ਨਹਿਰ ਨੂੰ ਪਾਰ ਕਰਕੇ ਚਲੇ ਗਏ ਸੀ ਅਤੇ ਸਾਡਾ ਕਬਜ਼ਾ ਬਰਕੀ 'ਤੇ ਹੋ ਗਿਆ ਸੀ।
ਬੇਕਾਰ ਕੀਤਾ ਪਿਆ ਸ਼ੂਗਰ ਹੋ ਗਈ ਉਹਨਾਂ ਨੂੰ। ਹਾਂਜੀ, ਜਦੋਂ ਤੁਹਾਨੂੰ ਅਰੈਸਟ ਕਰ ਦਿੱਤਾ ਗਿਆ, ਤੁਹਾਨੂੰ ਦੱਸ ਦਿੱਤਾ ਗਿਆ ਤੁਸੀਂ ਅਰੈਸਟ ਹੋ ਚੁੱਕੇ ਹੋ, ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਜੀ ਇਹਨਾਂ ਨੇ ਮੈਨੂੰ ਫਿਰ 5 ਜੈਕ ਦੇ ਵਿੱਚ ਯੂਨਿਟ ਦੇ ਵਿੱਚ ਭੇਜਤਾ ਇਹਨਾਂ ਨੇ ਇਲਾਹਾਬਾਦ ਭੇਜਣ ਤੋਂ ਬਾਅਦ ਉਸ ਤੋਂ ਬਾਅਦ ਦੇ ਵਿੱਚ ਉੱਥੇ ਇਨਕੁਆਇਰੀਆਂ ਸ਼ੁਰੂ ਹੋਣ ਲੱਗ ਪਈਆਂ CBI ਦੀਆਂ ਇੰਟੈਰੋਗੇਸ਼ਨ ਵਾਲਿਆਂ ਨੇ। ਉੱਥੋਂ ਮੈਨੂੰ CBI ਨਾਲ ਗੱਡੀ ਦੇ ਉੱਤੇ ਲਿਜਾਂਦੇ ਰਹੇ ਆ ਅਤੇ ਜਾ ਕੇ ਮੈਨੂੰ ਸਵੀਮਿੰਗ ਪੂਲ ਦੇ ਵਿੱਚ ਆਹੀ ਮਹੀਨਾ ਸੀ ਜੁਲਾਈ ਦੇ, ਅਤੇ ਜੁਲਾਈ ਦੇ ਮਹੀਨਿਆਂ ਦੇ ਵਿੱਚ ਮੈਨੂੰ ਧੁੱਪ ਲਈ ਮੂੰਹ ਖੜਾ ਕਰਕੇ ਅਤੇ ਮੈਨੂੰ ਪਾਣੀ ਦੇ ਜਿੱਥੇ ਲਿਸ਼ਕੂਰ ਪੈਂਦੀ ਮੇਰੇ ਚਿਹਰੇ ਦੇ ਉੱਤੇ ਪੈਂਦੀ ਸੀ ਅਤੇ ਮੈਨੂੰ ਉਹਨਾਂ ਨੇ ਪਾਣੀ 'ਚ ਖੜਾ ਕਰ ਦਿੱਤਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਨੂੰ ਖੜੇ ਕਰੀ ਰੱਖਣਾ ਅਤੇ ਸ਼ਾਮ ਨੂੰ ਉਹਨਾਂ ਨੇ ਮੈਨੂੰ ਪੁੱਛਣਾ ਵੀ ਦੱਸੋ ਕੀ ਗੱਲ ਆ, ਵੀ ਜਿਹੜੇ ਮੁੰਡੇ ਭੱਜੇ ਆ ਉਹਨਾਂ ਦੇ ਨਾਂ ਦਿਓ ਸਾਨੂੰ, ਅਤੇ ਨਾਲੇ ਉਹਨਾਂ ਨੂੰ ਤੁਸੀਂ ਰੋਕਿਆ ਕਿਉਂ ਨਹੀਂ। ਮੈਂ ਕਿਹਾ ਨਾ ਮੈਨੂੰ ਭੱਜਿਆਂ ਦਾ ਪਤਾ, ਨਾ ਮੈਨੂੰ ਕਿਸੇ ਚੀਜ਼ ਦਾ ਪਤਾ, ਨਾ ਮੈਂ ਇਸ ਚੀਜ਼ ਦੇ ਵਿੱਚ ਮੇਰਾ ਕੋਈ ਹੱਥ ਹੈ, ਮੈਨੂੰ ਇਸ ਬਾਰੇ ਕੋਈ ਪਤਾ ਨਹੀਂ। ਉਹ ਕਹਿੰਦੇ ਕੋਈ ਨਹੀਂ, ਪਤਾ ਲਗਾ ਕੇ ਛੱਡਾਂਗੇ ਤੁਹਾਨੂੰ, ਨਜ਼ਰ ਖੜਾ ਨਹੀਂ ਛੱਡਣਾ। ਮੈਂ ਕਿਹਾ ਕੋਈ ਨਹੀਂ, ਮੈਂ ਨਾ ਝੂਠ ਮਾਰਨਾ ਨਾ ਮੈਂ ਮਾਰਿਆ, ਮੈਂ ਸੱਚੀ ਗੱਲ ਕਰੂੰਗਾ, ਸੱਚੀ ਤੇ ਮੇਰਾ ਕੁਛ ਹੋ ਜੇ ਪਵਾਂ। ਉਸ ਤੋਂ ਬਾਅਦ ਮੈਨੂੰ ਦੁਬਾਰਾ ਫੇਰ ਯੂਨਿਟ 'ਚ ਭੇਜਦੇ ਰਹੇ ਆ 5 ਜੈਕ ਦੇ ਵਿੱਚ। ਸੁਬਾਹ ਫੇਰ ਮੈਨੂੰ ਲੈ ਕੇ ਆਉਂਦੇ ਰਹੇ, 2 ਦਿਨ ਮੇਰੇ ਨਾਲ ਇਹ ਕਾਰਵਾਈ ਕਰਦੇ ਰਹੇ ਲਗਾਤਾਰ। ਅਖੀਰੀ ਕੋਈ ਨਾ ਨਤੀਜਾ ਉਹਨਾਂ ਨੂੰ ਇਹ ਚੀਜ਼ ਦਾ ਨਾ, ਉਹਨਾਂ ਨੇ ਮੇਰੀ ਗੱਲ ਸੱਚੀ ਮੰਨੀ। ਅਖੀਰੀ ਲਗਾਤਾਰ ਹੀ ਮੈਨੂੰ ਪਾਣੀ ਦੇ ਵਿੱਚ ਇਹਨਾਂ ਨੇ ਤਕਰੀਬਨ 1 ਹਫ਼ਤਾ ਮੈਨੂੰ ਖੜਾ ਕਰੀ ਰੱਖਿਆ। ਦਿਨ ਰਾਤ ਮੇਰੇ ਉੱਤੋਂ ਦੀ ਬੀਜਦੇ ਰਹੇ ਕਿ ਨਾ ਮੈਨੂੰ ਬੈਠਣ ਦਿੱਤਾ, ਨਾ ਮੈਨੂੰ ਖਾਣ ਦਿੱਤਾ। 4 ਚੁਫੇਰੇ ਮੇਰੇ ਗਾਰਦਾਂ ਲੱਗੀਆਂ ਆਪਣਾ। ਇੱਥੇ ਤੁਹਾਨੂੰ ਯਾਦ ਆ ਜਾਵੇਗਾ ਦਰਸ਼ਕੋ, 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਇਤਿਹਾਸ, ਜਿਨ੍ਹਾਂ ਨੂੰ ਗਰਮ ਰੇਤਾ ਜਿਨ੍ਹਾਂ ਦੇ ਸਿਰ ਦੇ ਵਿੱਚ ਪਾਈ ਗਈ, ਗਰਮ ਰੇਤ 'ਤੇ ਬਿਠਾਇਆ ਗਿਆ। ਅੱਜ ਉਹ ਇਤਿਹਾਸ ਵੀ ਨਾਲ ਅਸੀਂ ਤੁਹਾਨੂੰ ਯਾਦ ਕਰਾਵਾਂਗੇ, ਜੋ ਸੂਬੇਦਾਰ ਦੁੱਲਾ ਸਿੰਘ ਦੀ ਜਿਹੜੀ ਦੁੱਖ ਭਰੀ ਦਾਸਤਾਂ ਅੱਜ ਆਪਾਂ ਉਹਨਾਂ ਦੇ ਮੂੰਹ ਸੁਣ ਰਹੇ ਹਾਂ। ਤੁਹਾਨੂੰ 1 ਹਫ਼ਤਾ ਤੱਕ ਜਿਹੜਾ ਪਾਣੀ ਦੇ ਵਿੱਚ ਖੜਿਆ ਦਿੱਤਾ ਗਿਆ, ਗਰਮ ਪਾਣੀ ਦੇ ਵਿੱਚ, ਫਿਰ ਕੀ ਹੋਇਆ? ਉਸ ਤੋਂ ਬਾਅਦ ਵਿੱਚ ਸੁਬਾਹ ਸ਼ਾਮ ਜੀ ਡਾਕਟਰ ਆਉਂਦੇ ਸੀਗੇ, ਦੁਬਾਰਾ ਪਰੋਂ ਖੜੇ ਹੋ ਕੇ ਮੈਨੂੰ ਪੁੱਛ ਲੈਣਾ ਵੀ ਸਾਹਿਬ ਤੁਸੀਂ ਠੀਕ ਹੈ, ਮੈਂ ਹੱਥ ਖੜਾ ਕਰ ਦਿੰਦਾ ਸੀ। 1 ਹਫ਼ਤਾ ਬੀਤਣ ਤੋਂ ਬਾਅਦ ਮੁੜ ਕੇ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਬਿਆਨ ਦਿਓ, ਜਿਹੜੇ ਜਵਾਨ ਭੱਜੇ ਸੀਗੇ ਤੁਹਾਡੇ ਆਖੇ ਨਹੀਂ ਲੱਗੇ, ਉਹਨਾਂ 10 ਬੰਦਿਆਂ ਦਾ ਨਾਂ ਦੇ ਦਿਓ ਅਤੇ ਤੁਸੀਂ ਜਾ ਸਕਦੇ ਆ। ਮੈਂ ਕਿਹਾ ਨਹੀਂ, ਨਾ ਮੈਨੂੰ ਉਹਨਾਂ ਦਾ ਭੱਜਣ ਦਾ ਪਤਾ, ਨਾ ਮੈਨੂੰ ਕੋਈ ਹੋਰ ਕਾਰਵਾਈ ਪਤਾ। ਮੈਂ ਤਾਂ ਸਿਰਫ 2 ਦਿਨ ਪਹਿਲਾਂ ਹਥਿਆਰ ਬਰਾਮਦ ਕਰਾਉਣ ਵਾਸਤੇ ਇਲਾਹਾਬਾਦ ਗਿਆ ਸੀ। ਹਥਿਆਰ ਲੈ ਕੇ ਆ ਕੇ ਪਲਟ ਸੈਂਟਰ ਨੂੰ ਮੈਂ ਇਸ਼ੂ ਕਰਤੇ ਆ। ਮੈਨੂੰ ਜਵਾਨਾਂ ਬਾਰੇ ਕਿਸੇ ਬਾਰੇ ਐਡੀ ਕੋਈ ਜਾਣਕਾਰੀ ਨਹੀਂ ਸੀ, ਇਸ ਕਰਕੇ ਮੈਂ ਕੋਈ ਚੀਜ਼ ਨਹੀਂ ਮੈਂ ਦੱਸਣਾ ਚਾਹੁੰਦਾ। ਗੱਲ ਕਰੀਏ ਉਸ ਤੋਂ ਬਾਅਦ ਜਿਹੜੇ ਤੁਹਾਡੇ ਤੇ ਤਸ਼ੱਦਦ ਹੋਏ, ਗਰਮ ਪਾਣੀ ਦੇ ਵਿੱਚ ਖਿਡਾਉਣਾ, ਦੁੱਖ ਦੇਣੇ, ਇਸ ਤੋਂ ਉਪਰੰਤ ਜਿਹੜੀ ਵਾਰਤਾ ਹੈ, ਤੁਹਾਡੇ ਮਨ ਦੇ ਵਿੱਚ ਕੀ ਆਇਆ ਹੋਊਗਾ ਉਸ ਸਮੇਂ, ਕੀ ਸੋਚਦੇ ਹੋ? ਮੈਂ ਤਾਂ ਜੀ ਇਹੀ ਸੋਚਦਾ ਸੀਗਾ, ਜਦੋਂ ਮੈਂ ਪਾਣੀ ਤੱਤਿਆਂ ਦੇ ਵਿੱਚ ਖੜਾ ਸੀ, ਪਾਠ ਕਰਦਾ ਸੀ, ਮੇਰੇ ਕੋਲ ਗੁਟਕਾ ਸਾਹਿਬ ਸੀਗਾ ਪਾਇਆ, ਪਾਠ ਮੈਂ ਕਰੀ ਜਾਂਦਾ ਹੀ ਖੜਾ। ਮੈਂ ਤਾਂ ਸਿਰਫ ਇੱਕ ਪਰਮਾਤਮਾ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਨੂੰ ਵੀ ਮੈਂ ਆਪਣੇ ਮਨ 'ਚ ਬਿਠਾਈ ਬੈਠਾ ਰਿਹਾ ਵੀ ਏਡੇ ਸਾਡੇ ਗੁਰੂਆਂ ਦੇ ਬੱਚੇ, ਉਹਨਾਂ ਦੇ ਇੰਨੀਆਂ ਦੁੱਖ ਤਕਲੀਫਾਂ ਆਈਆਂ ਤਾਂ ਤੁਹਾਨੂੰ ਆਪਣੀਆਂ ਕੰਧਾਂ ਦੇ ਵਿੱਚ, ਨੀਆਂ ਦੇ ਵਿੱਚ ਚੁਣ ਦਿੱਤਾ, ਤੱਤੀਆਂ ਰੇਤਾਂ ਪਾਉਂਦੇ ਰਹੇ ਆ, ਅਤੇ ਮੇਰੇ ਤਾਂ ਇਹ ਜੀ ਤਕਲੀਫ ਆਈ ਨਹੀਂ ਹੱਦ ਤੱਕ। ਮੈਂ ਤਾਂ ਸਿਰਫ ਤੱਤੇ ਪਾਣੀ 'ਚ ਹੀ ਖੜਾ ਕੀਤਾ, ਕੋਈ ਗੱਲ ਨਹੀਂ, ਇਹ ਕਿੰਨਾ ਚਿਰ ਕਾਸ਼ਟ ਚੱਲੂਗਾ, ਅਖੀਰੇ ਦਾ ਫੈਸਲਾ ਤਾਂ ਹੋ ਹੀ ਜਾਣਾ। ਮੇਰੇ ਸਾਰੇ ਚਿਹਰੇ ਦੇ ਉੱਤੇ ਜਿੰਨੀਆਂ ਫੋੜੇ ਫੈਂਸੀਆਂ, ਚਿਹਰਾ ਮੇਰਾ ਕੋਈ ਜਾਣੀ ਪਛਾਣ ਨਹੀਂ ਸਕਦਾ, ਇੰਨੀ ਮੇਰੇ ਚਿਹਰੇ ਦੀ ਹਾਲਤ ਹੋ ਗਈ ਸੀ। ਉਹਨਾਂ ਨੇ ਅਖੀਰੀ ਮੈਨੂੰ ਕਿਹਾ ਵੀ ਸਾਹਿਬ ਤੁਸੀਂ ਨਜਾਇਜ਼ ਸਜ਼ਾ ਕੱਟੀ ਜਾਂਦੇ ਆ, ਤੁਸੀਂ ਬੰਦੇ ਨੂੰ ਦੱਸਿਆ ਨਾ ਦਿਓ ਅਤੇ ਤੁਹਾਨੂੰ ਛੱਡ ਦਿੰਦੇ ਆ। ਮੈਂ ਕਿਹਾ ਮੈਂ ਝੂਠ ਮਾਰਨਾ ਹੀ ਨਹੀਂ, ਮੈਂ ਕਿਹਦਾ ਨਾਂ ਝੂਠਾ ਲੈ ਦਿਆਂ, ਮੈਂ ਆਪਣੀ ਬਦਨਾਮੀ ਨਹੀਂ ਕਰਾਉਣਾ ਚਾਹੁੰਦਾ, ਮੈਂ ਬਿਲਕੁਲ ਸੱਚਾ ਬੰਦਾ, ਸੱਚਾਈ 'ਤੇ ਚੱਲੂਗਾ। ਮੈਂ ਕੁਝ ਤੁਹਾਡਾ ਜਿਹੜੇ ਕੇਸ ਦੇ ਨਿਪਟਾਰੇ ਹੋਏ, ਕਿਵੇਂ ਛੱਡਿਆ ਤੁਹਾਨੂੰ? ਉਸ ਤੋਂ ਬਾਅਦ ਦੇ ਵਿੱਚ ਜੀ ਹਫ਼ਤੇ ਪਿੱਛੋਂ ਆਇਆ ਰੋਜ਼ਾਨਾ ਹੀ ਸ਼ਾਮ ਨੂੰ ਮੇਰੇ ਕੋਲ ਡਾਕਟਰ ਆਉਂਦੇ ਸੀਗੇ, ਉੱਤੇ ਜਾਂ ਬਾਹਰ ਖੜੇ ਮੈਨੂੰ ਪੁੱਛ ਲੈਣਾ ਵੀ ਹਾਂ ਵੀ ਸਾਹਿਬ ਤੁਸੀਂ ਠੀਕ ਹੈ। ਜਦੋਂ ਹਫ਼ਤਾ ਮੇਰੇ ਉੱਤੋਂ ਦੀ ਖੜੇ ਇਸ ਤਰ੍ਹਾਂ ਵੱਜ ਗਿਆ, ਪੈਰ ਮੇਰੇ ਸੁੱਜ ਗਏ, ਫੇੜੇ ਫੈਂਸੀਆਂ ਦੇ ਨਾਲ ਮੇਰਾ ਸਰੀਰ ਜਿਹੜਾ ਬਿਲਕੁਲ ਕੈਪਚਰ ਹੋ ਚੁੱਕਾ ਸੀ ਸਾਰਾ। ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਵੀ ਸਾਹਿਬ ਦੱਸੋ ਤੁਸੀਂ ਵੀ ਕਿਵੇਂ ਠੀਕ। ਮੈਂ ਕਿਹਾ ਸਾਹਿਬ ਮੈਂ ਤੁਹਾਨੂੰ, ਮੇਰਾ ਚਿਹਰਾ ਦੀਦਾ, 8 ਦਿਨ ਮੈਨੂੰ ਖੜਿਆਂ ਨੂੰ ਹੋ ਗਏ ਆ, ਸਾਰੇ ਮੇਰਾ ਚਿਹਰਾ ਫੋੜਾ ਫੈਂਸੀਆਂ ਦੇ ਨਾਲ ਭਰਿਆ ਪਿਆ, ਸਰੀਰ ਮੇਰਾ ਬਿਲਕੁਲ ਐਂ ਛਾਲਣੀ ਆਇਆ, ਸੱਜੇ ਪੈਰ ਪਏ ਆ। ਤੁਸੀਂ ਮੈਨੂੰ ਪੁੱਛਦੇ ਮੈਂ ਠੀਕ ਹੈ। ਮੈਂ ਸਿਰਫ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਅੱਗੇ ਕਿ ਮੇਰੀ ਜਿਹੜੀ ਡੈੱਡ ਬੋਡੀ ਹੈ ਇਹ ਮੇਰੇ ਪਿੰਡ, ਮੇਰੇ ਘਰ ਭੇਜ ਦਿੱਤੀ ਜਾਵੇ, ਬਸ ਮੈਂ ਹੋਰ ਤੁਹਾਡੇ ਕੋਲੋਂ ਕੁਝ ਨਹੀਂ ਲੈਣਾ ਚਾਹੁੰਦਾ। ਵੱਡੀ ਗੱਲ ਹੈ ਇਹ, ਜਿਹਨੇ ਦੇਸ਼ ਦੀ ਸੇਵਾ ਕੀਤੀ ਹੋਵੇ, ਆਪਣਾ ਸਮਾਂ
ਫੌਜ ਦੇ ਵਿੱਚ ਲੰਘਾਇਆ ਹੋਵੇ ਤੇ ਉਹ ਫੌਜ ਦੇ ਕੋਲੋਂ ਹੀ, ਅਫਸਰਾਂ ਦੇ ਕੋਲੋਂ, ਡਾਕਟਰਾਂ ਕੋਲੋਂ ਮੰਗ ਕਰੇ ਕਿ ਮੈਂ ਆਪਣੀ ਪੈਨਸ਼ਨ ਨਹੀਂ, ਆਪਣੀ ਤਨਖਾਹ ਨਹੀਂ, ਆਪਣਾ ਹੋਰ ਕੁਝ ਨਹੀਂ, ਕੱਲੀ ਡੈੱਡ ਬੋਡੀ, ਕਿੱਡੀ ਵੱਡੀ ਗੱਲ ਹੈ, ਡੈੱਡ ਬੋਡੀ ਹੀ ਮੇਰੇ ਪਰਿਵਾਰ ਦੇ ਵਿੱਚ ਲਿਜਾਈ ਜਾਏ। ਇਹ ਗੱਲ ਸੂਬੇਦਾਰ ਦੁੱਲਾ ਸਿੰਘ ਜੀ ਉਹਨਾਂ ਨੇ ਕਹੀ ਕਿਉਂਕਿ ਧਰਮ ਨਿਭਾਇਆ, ਉਹਨਾਂ ਦੇ ਨਾਮ ਦੇ ਨਾਲ ਧਰਮੀ ਫੌਜੀ ਜੁੜਿਆ। ਇਸ ਤੋਂ ਗੱਲ ਕਰਾਂਗੇ ਕਿ ਇਹ ਜਿਹੜਾ ਤਸ਼ੱਦਦ ਹੋਇਆ ਹੈ, ਇਹਨੂੰ ਕਿਹੜੇ ਕਾਰਜ ਦੇ ਨਾਲ ਤੁਸੀਂ ਵੇਖਦੇ ਹੋ, ਕਿਉਂ ਇੰਨੇ ਦੁੱਖ ਚੱਲਣੇ ਪਏ? ਇਹ ਦੁੱਖ ਇਉਂ ਸੀ ਕਿ ਜਦੋਂ ਇਹ ਹਫ਼ਤਾ ਮੇਰੇ ਤੋਂ ਲੰਘ ਗਿਆ, ਉਦੋਂ ਬਾਅਦ ਮੁੜ ਕੇ ਫਿਰ ਹਫ਼ਤੇ ਬਾਅਦ ਮੈਂ ਇਹਨੂੰ ਕਹਿੰਦੇ ਵੀ ਬਿਆਨ ਦਿਓ ਤੁਸੀਂ। ਮੈਨੂੰ ਦੁਬਾਰਾ ਫਿਰ ਇਹਨੇ CBI ਵਾਲਿਆਂ ਨੇ ਬੁਲਾਇਆ, ਮੈਨੂੰ ਕਹਿੰਦੇ ਸਾਹਿਬ ਤੁਸੀਂ ਬਿਆਨ ਦੱਸੋ ਵੀ ਕੀ ਤੁਹਾਡੇ ਨਾਲ ਬੀਤੀ ਹੈ। ਮੈਂ ਕਿਹਾ ਬੀਤਣਾ ਤੁਹਾਨੂੰ ਪਤਾ ਹੀ ਹੈ, ਮੈਂ ਨਾ ਝੂਠ ਮਾਰਾਂ, ਨਾ ਮੈਂ ਕਿਸੇ ਮੁੰਡੇ ਨੂੰ ਵੇਖਿਆ ਭੱਜਦੇ ਨੂੰ, ਮੈਂ ਤਾਂ ਆਪਦੇ ਕਮਰੇ 'ਚ ਬਿਮਾਰ ਸੀ। ਡਾਕਟਰ ਦੀ ਮੇਰੇ ਕੋਲ ਚਿੱਟ ਸੀ, ਮੈਨੂੰ ਡਾਕਟਰ ਨੇ ਰੈਸਟ ਦਿੱਤੀ, ਰੈਸਟ ਡੈਡ ਬੜਨਾ ਬਈ ਆਪਦੀ ਰੈਸਟ ਕਰੋ। ਮੈਂ ਜਵਾਨਾਂ ਦੇ ਵਿੱਚ ਤਾਂ ਮੇਰਾ ਜਾਣ ਦਾ ਮਸਲਾ ਹੀ ਨਹੀਂ ਸੀ ਕੋਈ ਹੁੰਦਾ, ਜਦੋਂ ਮੈਂ ਖੁਦ ਬਿਮਾਰ ਸੀ, ਮੇਰੇ ਦਰਦ ਹੁੰਦਾ ਸਰੀਰ ਦੇ ਵਿੱਚ, ਮੈਨੂੰ ਰੈਸਟ ਸੀ, ਮੈਂ ਤਾਂ ਆਪਦੇ ਕਮਰੇ ਦੇ ਵਿੱਚ ਸੀਗਾ। ਉਦੋਂ ਬਾਅਦ ਦੇ ਵਿੱਚ ਮੈਂ ਕਿਹਾ ਵੀ ਜੇ ਮੇਰੇ ਬਿਆਨ ਲੈਣੇ ਆ ਮੈਂ 24 ਘੰਟੇ ਰੈਸਟ ਕਰੂੰਗਾ, ਉਦੋਂ ਬਾਅਦ ਮੈਂ ਬਿਆਨ ਦੇਵਾਂਗਾ। ਫਿਰ ਮੈਨੂੰ ਉਹਨਾਂ ਨੇ ਫਿਰ ਕਹਿੰਦੇ ਵੀ ਇਹਨਾਂ ਨੂੰ ਪਲਟਨ ਦੇ ਵਿੱਚ ਫਿਰ ਭੇਜ ਦਿੱਤਾ ਜਾਵੇ। ਇੱਕ ਹਫ਼ਤੇ ਤੋਂ ਬਾਅਦ ਮੈਨੂੰ ਫਿਰ ਉਹਨਾਂ ਨੇ ਪਲਟਨ ਦੇ ਵਿੱਚ 5 ਸੈਕਟਰ ਭੇਜ ਦਿੱਤਾ ਗਿਆ, ਦੁਬਾਰਾ ਡਿਊਟੀ ਜੁਆਇਨ ਕਰੀ। ਅਗਲੇ ਸਵੇਰ ਦੁਬਾਰਾ ਫਿਰ ਜਦੋਂ ਇੱਕ ਰਾਤ ਉੱਤੋਂ ਹੀ ਲੰਘ ਗਈ, ਦੁਬਾਰਾ ਮੈਨੂੰ ਆਣ ਕੇ ਜਦੋਂ ਮੈਨੂੰ ਫਿਰ ਬੁਲਾਇਆ, ਕਹਿੰਦੇ ਵੀ ਹਾਂ ਦੁੱਲਾ ਸਿੰਘ ਸਾਹਿਬ ਦੱਸੋ ਵੀ ਕਿਵੇਂ ਤੁਹਾਡੇ ਨਾਲ ਕਿਵੇਂ ਹੋਈ, ਸਾਰੇ ਬਿਆਨ ਦਿਓ। ਮੈਂ ਕਿਹਾ ਜੀ ਮੇਰੇ ਤਾਂ ਉਹ ਬਿਆਨ ਹੈ ਬਈ ਨਾ ਮੈਨੂੰ ਮੁੰਡਿਆਂ ਦਾ ਪਤਾ, ਨਾ ਮੈਨੂੰ ਕੋਈ ਕਿਸੇ ਦਾ ਹੋਰ ਪਤਾ, ਮੈਂ ਤਾਂ ਆਪਦੀ ਤਕਲੀਫ ਦੇ ਵਿੱਚ ਸੀ, ਟੈਂਡ ਵੀ ਸੀ, ਮੇਰੇ ਕੋਲ ਡਾਕਟਰ ਦੀ ਚਿੱਟ ਹੈ, ਮੈਨੂੰ ਕੋਈ ਇਹ ਚੀਜ਼ ਬਾਰੇ ਪਤਾ ਨਹੀਂ। ਕਹਿੰਦੇ ਠੀਕ ਹੈ ਫਿਰ ਉਸੇ ਜਗ੍ਹਾ 'ਤੇ ਚਲੇ ਜਾਓ। ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ। ਦੁਬਾਰਾ ਫਿਰ ਮੈਨੂੰ ਉਹਨਾਂ ਨੇ ਤਾਂ ਉੱਥੇ ਆਪਣਾ ਕਿਨਾਰੇ ਦੇ ਡਿੱਗੀ ਦੇ ਸਵਿਮਿੰਗ ਪੂਲ 'ਤੇ ਉੱਥੇ ਵਿੱਚ ਮੈਨੂੰ ਖੜ੍ਹ ਕੇ ਹਫ਼ਤਾ ਫਿਰ ਉਸੇ ਤਰ੍ਹਾਂ ਖੜ੍ਹਾ ਹੀ ਰੱਖੇਗਾ। ਹਫ਼ਤੇ ਤੋਂ ਬਾਅਦ ਰੋਜ਼ਾਨਾ ਮੇਰੇ ਕੋਲ ਡਾਕਟਰ ਸਾਹਿਬ ਆਇਆ ਕਰਨ, ਪੁੱਛਿਆ ਕਰਨ। ਅਖੀਰ ਹੀ ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਸਾਹਿਬ ਮੈਂ ਬਿਆਨ ਦੇਣ ਦੇ ਤੁਹਾਡੇ ਵੀ ਕਾਬਲ ਨਹੀਂ ਰਿਹਾ, ਤੁਸੀਂ ਮੈਨੂੰ ਪੁੱਛਦੇ ਆ, ਅੱਜ 16ਵਾਂ ਦਿਨ ਜਾਂਦਾ ਮੈਨੂੰ, ਮੈਂ ਕੀ ਦੱਸਾਂ ਤੁਹਾਨੂੰ ਵੀ ਮੈਂ ਸੌਖਾ, ਮੇਰਾ ਸਰੀਰ ਵੇਖੋਗਾ ਤੁਸੀਂ ਡਾਕਟਰ ਕਹਦੇ ਹੋ, ਤੁਹਾਨੂੰ ਮੇਰੇ ਸਰੀਰ ਬਾਰੇ ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗਦਾ, ਮੇਰਾ ਦਿਮਾਗ ਅਪਸੈਟ ਆ, ਮੈਂ ਬਿਲਕੁਲ ਇਹ ਚੀਜ਼ ਦੇ ਅਖਤਿਆਰ 'ਚ ਨਹੀਂ ਗਾ ਮੈਂ ਤੁਹਾਨੂੰ ਕੋਈ ਗੱਲ ਕਹਿ ਸਕਾਂ। ਉਹਨਾਂ ਨੇ ਕਿਹਾ ਸਾਹਿਬ ਬਾਹਰ ਆ ਜਾਓ। ਜਦੋਂ ਬਾਹਰ ਆ ਕੇ ਮੈਨੂੰ ਬਾਹਰ ਕੱਢ ਲਿਆ, ਮੈਨੂੰ ਕਹਿੰਦੇ ਸਾਹਿਬ ਕੁਛ ਨਹੀਂ, ਹੁਣ ਤੂੰ ਦੁਬਾਰਾ ਮੈਨੂੰ CBI ਨੇ ਕੋਲੇ ਲੈ ਗਏ। ਉਹ 4 ਅਫਸਰ ਕੁਰਸੀਆਂ ਡਾਹ ਕੇ ਬੈਠੇ ਸਨ, ਉਹਨਾਂ ਨੂੰ ਕਹਿੰਦੇ ਸਾਹਿਬ ਇਹਨਾਂ ਕੋਲੋਂ ਕੀ ਪੁੱਛਣਾ ਚਾਹੁੰਦੇ ਤੁਸੀਂ, ਕੀ ਦੱਸਿਆ ਇਹਨਾਂ ਨੂੰ 16 ਦਿਨ ਘਲਿਆਰਿਆ ਤੱਤੇ ਪਾਣੀ ਦੇ ਕੀ ਕੱਢਿਆ ਦੇ ਵਿੱਚੋਂ, ਇਹਨਾਂ ਦੇ ਨਾਲ ਦੇ ਤੁਹਾਡੇ ਕੋਲ 4-4 ਘੰਟੇ 5-5 ਘੰਟੇ ਜਵਾਨਾਂ ਦੇ ਨਾਲ ਝੂਠੇ ਲੈ ਕੇ ਤੁਰੇ ਜਾਂਦੇ ਆ, ਇਹਨੂੰ 16 ਦਿਨ ਹੋ ਗਏ ਆ। ਜਦੋਂ ਇਹ ਕਹਿੰਦੇ ਵੀ ਨਹੀਂ ਸੱਚ ਤੋਂ ਸਿਵਾਏ ਮੈਂ ਬੋਲਣਾ ਕੁਛ ਨਹੀਂ, ਤੁਸੀਂ ਉਹਨਾਂ ਨੇ ਵਕੀਲ ਨੇ ਕਹਿਤਾ ਵੀ ਇਹੀ ਬੰਦੇ ਆ ਜਿਨ੍ਹਾਂ ਨੇ ਤੁਹਾਨੂੰ ਬ੍ਰਿਗੇਡੀਅਰ ਨੇ ਭੇਜਿਆ, ਹੋਰ ਤੁਹਾਡਾ ਕੋਈ ਗੁਨਾਹਗਾਰ ਨਹੀਂ। ਉਹ ਬ੍ਰਿਗੇਡੀਅਰ ਨੂੰ ਮੁੜ ਕੇ ਜਵਾਬ ਨਹੀਂ ਕੋਈ ਵੀ ਆਇਆ। ਮੈਨੂੰ ਉਦੋਂ ਬਾਅਦ ਦੇ ਵਿੱਚ ਜਿਹੜਾ ਸਾਡਾ ਸੀਗਾ ਆਪਣਾ ਬੋਰਡ ਬੈਠਾ ਸੀ, ਉਹਦੇ ਵਿੱਚ ਮੈਨੂੰ ਸਜ਼ਾ ਸੁਣਾਤੀ ਬਈ 1.5 ਸਾਲ ਸਜ਼ਾ ਤੁਹਾਨੂੰ ਡਿਸਮਿਸ ਨੌਕਰੀ ਤੋਂ ਕੀਤਾ ਜਾਂਦਾ। ਮੈਨੂੰ ਫੈਜ਼ਾਬਾਦ ਜੇਲ੍ਹ 'ਚ ਭੇਜਤਾ। ਜੇਲ੍ਹ 'ਚ ਆ ਕੇ ਜੋ ਦੁੱਖ ਤਕਲੀਫਾਂ ਤੁਹਾਨੂੰ ਪਤਾ ਵੀ ਹੁੰਦੀਆਂ ਜੇਲ੍ਹ ਦੇ ਵਿੱਚ, ਜੋ ਖੱਟੀਆਂ ਮਿੱਠੀਆਂ ਸਾਨੂੰ ਤਾਂ ਹੋਈਆਂ ਅਸੀਂ ਕੱਟੀਆਂ। ਆਉਣ ਤੋਂ ਬਾਅਦ 1.5 ਸਾਲ ਸਜ਼ਾ ਕੱਟਣ ਤੋਂ ਬਾਅਦ ਮੈਂ ਆਪਦੇ ਪਰਿਵਾਰ ਦੇ ਵਿੱਚ ਆਇਆ। ਪਰਿਵਾਰ ਦੇ ਵਿੱਚ ਆਣ ਕੇ ਜਾ ਕੇ ਵੇਖਿਆ ਘਰ ਦੇ ਵਿੱਚ ਘਾਹ ਹੋਇਆ ਪਿਆ ਸੀ, ਟੱਬਰ ਮੇਰਾ ਸੀਗਾ ਉਹ ਜਵਾਕਾਂ ਨੂੰ ਲੈ ਕੇ ਤੇ ਆਪਦੇ ਮਾਪੀ ਬੈਠੀ ਸੀ ਤੇ ਬੁਰੀ ਹਾਲਤ ਮੇਰੇ ਘਰ ਦੀ ਸੀਗੀ। ਕੋਈ ਮੈਨੂੰ ਆਣ ਕੇ ਸਾਨੂੰ ਕੋਈ ਕਿਸੇ ਚੀਜ਼ ਲਈ ਕੋਈ ਸਾਨੂੰ ਕਰਿਆ ਨਹੀਂ ਦਿੱਤੀ। ਫਿਰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਸਾਨੂੰ ਕਿਹਾ ਵੀ ਧਰਮੀ ਫੌਜੀਆਂ ਨੂੰ ਅਸੀਂ ਤੁਹਾਨੂੰ ਮਦਦ ਦੇਵਾਂਗੇ। ਸਾਨੂੰ ਸਾਦੇ ਆ ਕਰੋੜਾਂ ਰੁਪਈਆ ਇਹ ਕਰਾ ਲੈਂਦੇ ਆ, ਰੱਖ ਲੈਂਦੇ ਫੌਜੀਆਂ, ਧਰਮੀ ਫੌਜੀਆਂ ਦਾ। ਅਖੀਰੀ ਸਾਨੂੰ ਜਦੋਂ ਅਸੀਂ ਜਾਂਦੇ ਆ ਸਾਨੂੰ ਇੰਨੀ ਗੱਲ ਕਹਿੰਦੇ ਆ ਕਿ ਤੁਹਾਡਾ ਨਾਂ ਭੇਜਿਆ, ਜਦੋਂ ਨਾਂ ਆ ਗਿਆ ਦੁਬਾਰਾ ਸੱਦਾਂਗੇ। ਜਾਨੀ ਅੱਜ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੋਈ ਮਦਦ ਨਹੀਂ ਜੀ, ਕੋਈ ਮਿਲੀ। ਸਿਰਫ ਉਦੋਂ ਜਦੋਂ ਆਪਣਾ ਅਕਾਲੀਆਂ ਦਾ ਰਾਜ ਸੀਗਾ, ਤੀਰਥ ਸਿੰਘ ਮਾਲਾ ਸੀ ਜਿਹੜਾ, ਇਹਦੀ ਤਰਫ ਇਹਨੇ ਜ਼ੋਰ ਪਾ ਕੇ ਮੈਨੂੰ 50,000 ਰੁਪਇਆ ਇੱਕ ਵਾਰ ਦਵਾਇਆ ਸੀਗਾ। ਉਦੋਂ ਬਾਅਦ ਇਹਨਾਂ ਨੇ ਕੋਈ ਸਾਨੂੰ ਪੈਸਾ ਨਹੀਂ ਦਿੱਤਾ, ਨਾ ਕੋਈ ਵਾਤਾ। ਜਾਂਦੇ ਰਹੇ ਆ, ਮੁੜਦੇ ਰਹੇ ਆ, ਜਾਂਦੇ ਰਹੇ ਮੁੜਦੇ ਰਹੇ। ਤੁਹਾਡਾ ਭੇਜਿਆ ਜੀ ਭੇਜਿਆ, ਤੁਹਾਡੇ ਹੋਰ ਕੋਈ ਸਾਡੇ ਕੋਲ ਫੋਟੋ ਦਿਖਾਈ ਹੈ ਤੁਹਾਡੀ, ਫੋਟੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਟਾਈਮ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਆ। ਉਹਨਾਂ ਨੇ ਤੁਹਾਨੂੰ ਕੋਈ ਭਰੋਸਾ ਨਹੀਂ ਦਿੱਤਾ ਵੀ ਅਸੀਂ ਤੁਹਾਡੇ ਨਾਲ ਕੋਈ ਫੰਡ ਤੁਹਾਨੂੰ ਮੁਹੱਈਆ ਕਰਾਵਾਂਗੇ, ਕੋਈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ? ਉਹਨਾਂ ਨੇ ਕਿਹਾ ਸੀ ਜੀ ਅਸੀਂ ਤੁਹਾਡੇ ਧਰਮੀ ਫੌਜਾਂ ਕੋਈ ਜਵਾਕ ਮੁੰਡੇ ਨੂੰ ਨੌਕਰੀ ਦੇਵਾਂਗੇ ਜਾਂ ਤੁਹਾਨੂੰ ਨੌਕਰੀ ਦੇਵਾਂਗੇ। ਅਸੀਂ ਇਹੀ ਕਿਹਾ ਸੀਗਾ ਜੀ ਬਈ ਅਸੀਂ ਜਿਹੜੀ ਹੈ ਨੌਕਰੀ ਮਿਲੇ ਨਾ ਮਿਲੇ ਵੀ ਚਲੋ ਠੀਕ ਹੈ। ਮੇਰੇ ਲੜਕੇ 2 ਆ 12 ਜਮਾਤਾਂ ਪੜ੍ਹੇ ਆ, ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ। ਮੇਰੇ ਕੋਲੇ 4 ਕਿੱਲੇ ਜ਼ਮੀਨ ਦੇ ਸੀਗੇ, ਮੈਂ ਆਪਦੀ ਮੁਸ਼ਕਲ ਦੇ ਨਾਲ ਹੀ ਆਪਦਾ ਟਾਈਮ ਪਾਸ ਕਰਦਾ ਰਿਹਾ।
ਪਰ ਨਾ ਮੇਰੇ ਲੜਕਿਆਂ ਨੂੰ ਕੋਈ ਨੌਕਰੀ ਦਿੱਤੀ ਹੈ ਔਰ ਨਾ ਸਾਨੂੰ ਕੋਈ ਦਿੱਤੀ ਹੈ। ਅਖੀਰੀ ਇਹ ਇੰਨੀਆਂ ਗੱਲਾਂ ਕਹਿਣ ਤੋਂ ਬਾਵਜੂਦ ਵੀ ਬਸ ਅਸੀਂ ਆਪਦਾ ਕੇਸ ਲੜੀ ਗਏ ਹਾਂ ਤੇ ਸਾਨੂੰ ਸਰਕਾਰ ਵੱਲੋਂ ਜਿਹੜੀ ਹੈ ਉਹ ਸਾਡੀ ਪੈਨਸ਼ਨ ਜਿਹੜੀ ਬਹਾਲ ਕਰਕੇ ਉਹਦੇ ਵਿੱਚ ਸਾਨੂੰ ਇਹਨਾਂ ਨੇ 25-2600 ਰੁਪਏ 25-26000 ਰੁਪਏ ਸਾਡੀ ਪੈਨਸ਼ਨ ਬਣਦੀ। ਉਸ ਤੋਂ ਬਾਅਦ ਸਾਨੂੰ ਨਾ ਕੋਈ ਸ਼੍ਰੋਮਣੀ ਕਮੇਟੀ ਨੇ ਨਾ ਕੋਈ ਪੰਜਾਬ ਸਰਕਾਰ ਨੇ ਸਾਡੀ ਕੋਈ ਸਹਾਇਤਾ, ਨਾ ਕੋਈ ਬੱਚਿਆਂ ਨੂੰ ਨੌਕਰੀ ਕਰਨ ਦੇ ਵਿੱਚ, ਨਾ ਕੋਈ ਮੈਨੂੰ ਕਰਨ ਦੇ ਵਿੱਚ, ਨਾ ਮੈਨੂੰ ਘਰ ਬਣਾਉਣ ਦੇ ਵਿੱਚ, ਨਾ ਕੋਈ ਪੈਲੀ ਜ਼ਮੀਨ ਲੈਣ 'ਚ ਕਿਸੇ ਕੰਮ ਦੀ ਮੇਰੇ ਕੋਈ ਸਹਾਇਤਾ ਮਹਿਤਾ ਨਹੀਂ ਕੀਤੀ ਇਹਨਾਂ ਨੇ। ਇਹ ਸਨ ਸੂਬੇਦਾਰ ਦੁੱਲਾ ਸਿੰਘ ਜੀ ਪਿੰਡ ਪੇਖਾ ਵਾਲੇ, ਜਿਨ੍ਹਾਂ ਦੇ ਨਾਮ ਦੇ ਨਾਲ ਧਰਮੀ ਫੌਜੀ ਲੱਗਿਆ, ਜਿਨ੍ਹਾਂ ਦੀ ਦੁੱਖ ਭਰੀ ਜਿਹੜੀ ਦਾਸਤ ਹੈ ਉਹ ਅਸੀਂ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤੀ। ਅਸੀਂ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਸਾਡੇ ਕਮੈਂਟ ਬਾਕਸ ਦੇ ਵਿੱਚ ਇਹਨਾਂ ਦੀ ਦਰਦ ਭਰੀ ਜਿਹੜੀ ਵਾਰਤਾ ਹੈ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕੀਤੀ ਹੈ। ਜਿਵੇਂ ਤੁਹਾਨੂੰ ਚੰਗਾ ਲੱਗਾ, ਕੀ ਸਰਕਾਰ ਨੂੰ ਇਹਨਾਂ ਦੇ ਵੱਲ ਦੇਖਣਾ ਚਾਹੀਦਾ ਹੈ, ਕੀ ਇਹਨਾਂ ਦੇ ਬੱਚਿਆਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ, ਇਹ ਸਾਰੇ ਜਿਹੜੇ ਕਮੈਂਟ ਬਾਕਸ ਰਾਹੀਂ ਦੱਸਣੇ ਜ਼ਰੂਰ ਜਿਹੜਾ ਦੱਸਣਾ ਹੈ। ਧੰਨਵਾਦ ਜੀ।